ਸੋ ਅੱਜ ਅਸੀਂ ਅਕਾਊਂਟ ਪਲੱਸ 2 ਦਾ 8 ਮਾਰਕਸ ਦਾ ਕੁਐਸਚਨ ਕਰਾਂਗੇ। ਠੀਕ ਹੈ। ਸੋ ਮੇਰੇ ਦੋਸਤੋ ਵੀਡੀਓ ਪੂਰੀ ਦੇਖਿਆ ਕਰੋ ਤਾਂ ਕਿ ਤੁਹਾਨੂੰ ਇੱਕ ਨੰਬਰ ਵਾਲੇ ਜਿਹੜੇ ਕੁਐਸਚਨ ਹੁੰਦੇ ਨਾ 1-2 ਨੰਬਰ ਵਾਲੇ ਛੋਟੇ ਕੁਐਸਚਨ ਆ ਉਹਨਾਂ ਦੀ ਵੀ ਇਨਫੋਰਮੇਸ਼ਨ ਜਿਹੜੇ 8 ਮਾਰਕਸ ਜਾਂ 6 ਮਾਰਕਸ ਦੇ ਕੁਐਸਚਨ ਅਸੀਂ ਕਰਾਈਦੇ ਆ ਉਹਨਾਂ ਦੇ ਵਿੱਚ ਹੀ ਕਾਫੀ ਸਾਰੀਆਂ ਗੱਲਾਂ ਇਦਾਂ ਦੀਆਂ ਹੁੰਦੀਆਂ ਜਿਹੜੇ ਨਾਲ ਤੁਹਾਡੇ ਕਾਫੀ ਸਾਰਾ ਜਿਹੜਾ ਟੌਪਿਕ ਆ ਕਲੀਅਰ ਹੋ ਜਾਂਦਾ। 1-2 ਮਾਰਕਸ ਵਾਲੇ ਕੁਐਸਚਨ ਵੀ ਵਿੱਚ ਹੀ ਆ ਜਾਂਦੇ ਆ। ਠੀਕ ਹੈ। ਸੋ ਇਹਦੇ ਵਿੱਚ ਅਸੀਂ ਕੁਐਸਚਨ ਹੈਗਾ ਸਾਨੂੰ ਫਰੋਮ ਦਾ ਫੋਲੋਇੰਗ ਰਿਸਿਪਟ ਐਂਡ ਪੇਮੈਂਟ ਅਕਾਊਂਟ। ਹੁਣ ਦੇਖੋ ਸਭ ਤੋਂ ਪਹਿਲਾਂ ਜਿਹੜੀ ਵੀਡੀਓ ਅਸੀਂ ਫਰਸਟ ਪਾਰਟ ਕੀਤਾ ਸੀ ਉਹ 'ਚ ਰਿਸਿਪਟ ਐਂਡ ਪੇਮੈਂਟ ਹੀ ਆਪਾਂ ਬਣਾਉਣੀ ਦੱਸੀ ਸੀਗੀ ਤੁਹਾਨੂੰ। ਇੱਕ ਜਨਰਲ ਜਿਹੜੀ ਸਮਰੀ ਜਨਰਲ ਅਕਾਊਂਟ ਹੁੰਦਾ ਉਹ ਤੋਂ ਆਪਾਂ ਰਿਸਿਪਟ ਐਂਡ ਪੇਮੈਂਟ ਬਣਾਈ ਸੀ। ਦੂਜੀ ਵੀਡੀਓ ਵਿੱਚ ਰਿਸਿਪਟ ਐਂਡ ਪੇਮੈਂਟ ਤੋਂ ਇਨਕਮ ਐਂਡ ਐਕਸਪੈਂਡੀਚਰ ਬਣਾਈ ਸੀਗੀ। ਠੀਕ ਹੈ। ਇਹ ਵੀ ਤੁਹਾਡਾ ਦੂਜੇ ਪਾਰਟ ਵਿੱਚੋਂ ਕਲੀਅਰ ਹੋ ਜਾਣਾ। ਉਹ ਸਾਰੇ ਲਿੰਕ ਜਿਹੜੇ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੇ ਹੋਏ ਆ ਤੁਸੀਂ ਖੋਲ ਕੇ ਦੇਖ ਸਕਦੇ ਆ। ਸੋ ਇਹਦੇ ਵਿੱਚ ਸਾਨੂੰ ਕੀ ਹੈ ਇੱਕ ਰਿਸਿਪਟ ਐਂਡ ਪੇਮੈਂਟ ਅਕਾਊਂਟ ਦਿੱਤਾ। ਇੱਧਰ ਰਿਸਿਪਟ ਆ ਤੇ ਪੇਮੈਂਟ ਆ। ਐਡੀਸ਼ਨਲ ਇਨਫੋਰਮੇਸ਼ਨ ਵੀ ਸਾਨੂੰ ਗਿਵਨ ਹੈ। ਸਾਰੀ ਐਡੀਸ਼ਨਲ ਇਨਫੋਰਮੇਸ਼ਨ ਦਿੱਤੀ ਹੋਈ ਆ। ਪ੍ਰੀਪੇਅਰ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ। ਹਾਂਜੀ ਹੁਣ ਅਸੀਂ ਕੀ ਕਰਨਾ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ ਬਣਾਉਣਾ। ਜਿਨ੍ਹਾਂ ਨੂੰ ਨਹੀਂ ਬਣਾਉਣਾ ਆਉਂਦਾ ਦੂਜਾ ਪਾਰਟ ਦੇਖ ਲਿਓ ਉਹ ਡਿਸਕ੍ਰਿਪਸ਼ਨ ਦੇ ਵਿੱਚ ਆਲਰੇਡੀ ਦਿੱਤਾ ਹੈ। ਐਂਡ ਨਵਾਂ ਹੁਣ ਕੀ ਕਰਨਾ ਸੀ ਬੈਲੈਂਸ ਸ਼ੀਟ ਆਫ ਸੀਅਰਸ ਕਲੱਬ ਨੋਇਡਾ ਐਜ਼ ਔਨ ਮਾਰਚ 31 2018। ਨਵੀਂ ਅਸੀਂ ਕਿਹੜੀ ਚੀਜ਼ ਕਰਨੀ ਆ ਕਿਉਂਕਿ ਆਪਾਂ ਦੋ ਹੀ ਚੀਜ਼ਾਂ ਤਾਂ ਸਿੱਖੀਆਂ ਹੀ ਆ ਰਿਸਿਪਟ ਐਂਡ ਪੇਮੈਂਟ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ। ਹੁਣ ਬੈਲੈਂਸ ਸ਼ੀਟ ਬਣਾਉਣੀ ਆ। ਸੋ ਮੇਰੇ ਦੋਸਤੋ ਬੈਲੈਂਸ ਸ਼ੀਟ ਵਿੱਚ ਹੁੰਦੀ ਹੈ ਲਾਇਬਿਲਟੀ ਤੇ ਐਸੈਟ ਆਉਂਦੇ ਆ ਬੈਲੈਂਸ ਸ਼ੀਟ ਦੇ ਵਿੱਚ। ਠੀਕ ਹੈ। ਅਸੀਂ ਇਹ ਵੀ ਸਾਰਾ ਕੁਝ ਪ੍ਰੀਪੇਅਰ ਕਰਾਂਗੇ। ਸੋ ਇਹ ਸਾਰੇ ਕੁਐਸਚਨ ਸਿੱਖਣ ਦੇ ਲਈ ਵੀਡੀਓ ਪੂਰੀ ਦੇਖੋ ਤੇ ਸਾਡਾ ਚੈਨਲ ਜਿਹੜਾ ਵਿਜ਼ਡਮ ਐਜੂਕੇਸ਼ਨ ਪੁਆਇੰਟ RDC ਇਹਨੂੰ ਫੋਲੋ ਕਰੋ। ਇਹ ਸੀਰੀਜ਼ ਦੇ ਵਿੱਚ ਅਸੀਂ ਸਾਰੇ ਜਿਹੜੇ ਕੁਐਸਚਨ ਆ 10 ਈਅਰ ਵਾਲੇ ਹੀ ਕਰਾਵਾਂਗੇ। ਠੀਕ ਹੈ। ਵੱਡੇ ਕੁਐਸਚਨ ਜੇ ਤੁਹਾਨੂੰ ਛੋਟਿਆਂ ਵਿੱਚ ਕੋਈ ਡਾਊਟ ਆ ਤਾਂ ਤੁਸੀਂ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਦੱਸ ਸਕਦੇ ਆ। ਇਹ ਪਹਿਲਾ ਚੈਪਟਰ ਸਾਡਾ ਅਕਾਊਂਟਿੰਗ ਫॉर ਨਾਟ ਫॉर ਪ੍ਰੋਫਿਟ ਆਰਗੇਨਾਈਜੇਸ਼ਨ ਚੱਲ ਰਿਹਾ ਹੈ। ਸੋ ਇਹ ਜਿਹੜੀ ਬੈਲੈਂਸ ਸ਼ੀਟ ਆ ਅਸੀਂ ਅਕਾਊਂਟਿੰਗ ਫॉर ਨਾਟ ਫॉर ਪ੍ਰੋਫਿਟ ਆਰਗੇਨਾਈਜੇਸ਼ਨ ਲਈ ਹੀ ਬਣਾਉਣੀ ਆ। ਠੀਕ ਹੈ। ਸੋ ਪਹਿਲਾਂ ਦੇਖਦੇ ਆ ਪਹਿਲਾਂ ਆਪਾਂ ਤਿਆਰ ਕਰਾਂਗੇ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ। ਰਿਸਿਪਟ ਐਂਡ ਪੇਮੈਂਟ ਸਾਨੂੰ ਦਿੱਤੀਆਂ। ਠੀਕ ਹੈ। ਰਿਸਿਪਟ ਐਂਡ ਪੇਮੈਂਟ ਤੋਂ ਦੇਖ ਲੈਂਦੇ ਪਹਿਲਾਂ ਕੀ ਆ ਕਿ ਇੱਕ ਕਲੱਬ ਹੈ ਸਾਨੂੰ ਜਿਹਦੀਆਂ ਹੁਣ ਜਿਹੜਾ ਬੈਲੈਂਸ ਹੈ ਆਪਣੇ ਕੋਲ ਪਹਿਲਾਂ ਬੈਲੈਂਸ ਹੈਗਾ 20,000 ਰੁਪਈਆ। ਸਬਸਕ੍ਰਿਪਸ਼ਨਸ ਆਈਆਂ 2016 17 17 18 ਤੇ 18 19 ਦੀਆਂ ਸਬਸਕ੍ਰਿਪਸ਼ਨਸ ਆਈਆਂ। ਸਾਨੂੰ ਡੋਨੇਸ਼ਨ ਆਇਆ ਫॉर ਬਿਲਡਿੰਗ ਸਪੈਸ਼ਲ ਕਿਸਮ ਦਾ ਡੋਨੇਸ਼ਨ ਆ। ਪ੍ਰੀਵੀਅਸ ਵੀਡੀਓ 'ਚ ਮੈਂ ਤੁਹਾਨੂੰ ਦੱਸਿਆ ਸੀਗਾ ਜਿਹੜੇ ਸਪੈਸ਼ਲ ਡੋਨੇਸ਼ਨਸ ਹੁੰਦੇ ਆ ਉਹ ਸਾਡੀਆਂ ਲਾਇਬਿਲਟੀ ਆਉਂਦੀ ਹੈ। ਠੀਕ ਹੈ। ਉਹ ਸਾਡੇ ਐਸੈਟ ਨੇ। ਸਿਰਫ ਜਨਰਲ ਡੋਨੇਸ਼ਨ ਹੀ ਸਾਡੇ ਐਸੈਟ ਮੰਨੇ ਜਾਂਦੇ ਆ। ਠੀਕ ਹੈ। ਜਾਂ ਜਨਰਲ ਡੋਨੇਸ਼ਨ ਜਿਹੜੇ ਸਾਡੇ ਉਹੀ ਸਾਡੀ ਇਨਕਮ ਜਿਹੜੀ ਆ ਮੰਨੀ ਜਾਂਦੀ ਹੈ। ਤੇ ਗੌਰਮੈਂਟ ਨੇ ਗ੍ਰਾਂਟ ਦਿੱਤੀ ਹੋਈ ਆ 17,400 ਰੁਪਏ ਦੀ। ਠੀਕ ਹੈ ਜੀ। ਤੇ ਇੰਟਰਸਟ ਔਨ ਇਨਵੈਸਟਮੈਂਟ 800 ਸਾਨੂੰ ਆਇਆ। ਸੇਲ ਆਫ ਓਲਡ ਫਰਨੀਚਰ। ਸੇਲ ਆਫ ਓਲਡ ਫਰਨੀਚਰ ਤੋਂ ਸਾਨੂੰ ਕਿੰਨੇ ਮਿਲਿਆ 1600 ਅਮਾਊਂਟ ਮਿਲਿਆ। ਬਟ ਬੁੱਕ ਵੈਲਿਊ ਜਾਣੀ ਕਿ ਇਹ ਮੰਨ ਲਓ ਪਹਿਲਾਂ ਜਿਹੜੇ ਪਿਛਲੇ ਸਾਲ ਵਿੱਚ ਅਸੀਂ 4,000 ਦਾ ਖਰੀਦਿਆ ਸੀ। ਸੋ ਹੁਣ ਇਹ ਘਾਟਾ ਵੀ ਸਾਨੂੰ ਦਿਖਾ ਰਿਹਾ ਇੱਕ ਕਿਸਮ ਦਾ ਜਿਸ ਤੁਸੀਂ ਨੋਟ ਕੀਤਾ ਹੋਵੇ ਤਾਂ। ਸੋ ਪੇਮੈਂਟ ਦੇ ਵਿੱਚ ਸਾਡੇ ਕੋਲ ਕੀ ਆ ਜਿਹੜੀ ਸਟੇਸ਼ਨਰੀ ਸਾਨੂੰ ਉਹਦੀ ਦਿੱਤੀ ਹੋਈ ਆ 23,400 ਦੀ। ਇਨਵੈਸਟਮੈਂਟ ਅਸੀਂ ਕੋਈ ਅਮਾਊਂਟ ਜਿਹੜਾ ਉਹ 12% ਇੰਟਰਸਟ ਦੇ ਉੱਤੇ ਦਿੱਤਾ। ਇਲੈਕਟ੍ਰਿਸਿਟੀ ਦੇ ਐਕਸਪੈਂਸਸ ਆ ਐਕਸਪੈਂਸਸ ਔਨ ਲੈਕਚਰ ਆ। ਸਪੋਰਟਸ ਦੇ ਇਕਵਿਪਮੈਂਟ ਦੇ ਐਕਸਪੈਂਸਸ ਆ। ਬੁੱਕਾਂ ਖਰੀਦੀਆਂ ਆ। ਹੁਣ ਬੁੱਕਾਂ ਜਿਹੜੀਆਂ ਇਹ ਹੋ ਗਈ ਸਾਨੂੰ ਇਹ ਵੀ ਤੁਹਾਨੂੰ ਪਤਾ ਵੀ ਹੋਣਾ ਚਾਹੀਦਾ ਵੀ ਕਿਹੜੀ ਕਮੋਡਿਟੀ ਐਸੈਟ ਤੇ ਲਾਇਬਿਲਟੀ ਬਣ ਸਕਦੀ ਹੈ ਸਾਡੀ। ਠੀਕ ਹੈ। ਉਹ ਆਪਾਂ ਅੱਗੇ ਦੇਖਦੇ ਵੀਡੀਓ ਵਿੱਚ। ਤੇ ਬੈਲੈਂਸ ਜਿਹੜਾ ਹੁਣ ਸਾਡਾ ਬਚਿਆ ਉਹ ਹੈਗਾ ਸਾਡਾ 50,000 ਰੁਪਈਆ ਬੈਲੈਂਸ ਆ। ਸੋ ਇਹਨਾਂ ਨੂੰ ਟੋਟਲ ਜਿਹੜਾ ਆਪਾਂ ਕਰ ਦੇਣਾ ਐਡ ਸਾਰਿਆਂ ਨੂੰ ਕਰ ਦੇਣਾ ਤੇ ਦੋ ਹੀ ਚੀਜ਼ਾਂ ਬਰਾਬਰ ਹੋਣੀਆਂ ਚਾਹੀਦੀਆਂ। ਸੋ ਨੈਕਸਟ ਦੇਖ ਲੈਂਦੇ ਕੀ ਆ ਐਡੀਸ਼ਨਲ ਇਨਫੋਰਮੇਸ਼ਨ ਜਿਹੜਾ ਕਿ ਇਹੀ ਕੁਐਸਚਨ ਹੁੰਦਾ ਮੇਰੇ ਦੋਸਤੋ। ਉੱਪਰਲੀ ਸਾਨੂੰ ਇਨਫੋਰਮੇਸ਼ਨ ਤਾਂ ਦਿੱਤੀ ਆਈ ਆ ਸਿੱਧੀ ਗਿਵਨ ਆ। ਕਲੱਬ ਜਿਹੜਾ ਆ ਹੈਜ਼ 200 members each paying an annual subscription of rupees 1,000। 200 ਬੰਦਾ 1,000 ਸਬਸਕ੍ਰਿਪਸ਼ਨ ਦਿੰਦਾ ਹੈ। ਮੰਨ ਲਓ ਟੋਟਲ ਕਿੰਨੇ ਹੋ ਗਏ 2 ਲੱਖ ਹੋ ਗਏ। ਸਿੱਧਾ ਹੀ ਆਪਾਂ ਮਲਟੀਪਲਾਈ ਕਰ ਲਿਆ 200 ਹਰੇਕ ਬੰਦਾ 1,000 ਦਿੰਦਾ ਤੇ ਟੋਟਲ 200 ਮੈਂਬਰ ਆ। ਸੋ ਹੋਰ ਦਾ ਇਨਫੋਰਮੇਸ਼ਨ ਕੀ ਆ 60,000 ਵਰ 60,000 ਵਰ ਇਨ ਦਾ ਏਰੀਅਰਸ ਫॉर ਦਾ ਲਾਸਟ ਈਅਰ। ਹੁਣ 60,000 ਜਿਹੜਾ ਪਿਛਲੇ ਸਾਲ ਦਾ ਏਰੀਅਰ ਆ। ਠੀਕ ਹੈ। ਇਹ ਹੁਣ ਇਹਦੇ ਵਿੱਚੋਂ ਆਪਾਂ ਨੂੰ ਦੇਖਣਾ ਪੈਣਾ ਹੈ। ਐਂਡ 25 ਮੈਂਬਰਸ ਪੇਡ ਇਨ ਐਡਵਾਂਸ ਇਨ ਦਾ ਲਾਸਟ ਈਅਰ ਫॉर ਦਾ ਕਰੰਟ ਈਅਰ। ਪਿਛਲੇ ਕਰੰਟ ਈਅਰ ਦੇ ਲਈ 25 ਜਣਿਆਂ ਨੇ ਪਹਿਲਾਂ ਹੀ ਜਿਹੜੀ ਆਪਣੀ ਆ ਸਬਸਕ੍ਰਿਪਸ਼ਨ ਦੇ ਦਿੱਤੀ ਸੀ। ਇਹ ਹੁਣ ਪਿਛਲੇ ਸਾਲ ਦੀ ਐਂਟਰੀ ਆ। ਠੀਕ ਹੈ। ਕਰੰਟ ਈਅਰ ਦੀ ਨਹੀਂ ਪਿਛਲੇ ਸਾਲ ਦੀ ਹੈ। ਸਟਾਕ ਆਫ ਸਟੇਸ਼ਨਰੀ ਔਨ 1/4/2017 ਵਾਸ 3,000। 1/4/2017 ਦੇ ਲਈ ਜਿਹੜਾ ਸਟਾਕ ਹੈ 3,000 ਸੀਗਾ। ਐਂਡ 31/8/2018 ਤੱਕ ਜਿਹੜਾ ਸਟਾਕ ਹੋ ਗਿਆ ਇਹ 4,000 ਹੋ ਗਿਆ। ਠੀਕ ਹੈ। ਇਹ ਵੀ ਐਂਟਰੀ ਸਾਨੂੰ ਆ ਸਟੇਸ਼ਨਰੀ ਦੇ ਵਿੱਚ ਹੀ ਘਮਾਉਣੀ ਪੈਣੀ ਹੈ। ਠੀਕ ਹੈ। ਸੋ ਇਹ ਸਾਰੀਆਂ ਚੀਜ਼ਾਂ ਹੋ ਗਈਆਂ ਜਿਨ੍ਹਾਂ ਦੀ ਅਸੀਂ ਕੀ ਕਰਨੀ ਆ ਆਪਾਂ ਬੈਲੈਂਸ ਸ਼ੀਟ ਤੇ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ ਬਣਾਉਣਾ। ਤੇ ਇਹ ਕੁਐਸਚਨ ਜਿਹੜਾ 2019 ਦੇ ਵਿੱਚ 8 ਨੰਬਰ ਦਾ ਕੁਐਸਚਨ ਆਇਆ ਸੀਗਾ। ਠੀਕ ਹੈ ਜੀ। ਸੋ ਇਹ ਇਸ ਕਰਕੇ ਸਾਰੀ ਸੀਰੀਜ਼ ਇੰਪੋਰਟੈਂਟ ਹੈ ਤੁਸੀਂ ਦੇਖਿਓ ਜ਼ਰੂਰ। ਸੋ ਹੁਣ ਆਪਾਂ ਜਲਦੀ ਦੇਖ ਲੈਂਦੇ ਹਾਂ ਇਨਕਮ
ਆਪਾਂ ਇਨਕਮ ਐਂਡ ਐਕਸਪੈਂਡੀਚਰ ਦੇਖ ਲੈਂਦੇ ਕਿ ਕਿਹੜੀ ਕਿਹੜੀ ਚੀਜ਼ ਹੈ। ਹੁਣ ਇਨਕਮ ਕ੍ਰੈਡਿਟ ਸਾਈਡ ਦੇ ਉੱਤੇ ਤੇ ਐਕਸਪੈਂਡੀਚਰ ਡੈਬਿਟ ਸਾਈਡ ਦੇ ਉੱਤੇ ਆਪਾਂ ਰੱਖਣਾ, ਠੀਕ ਹੈ। ਸੋ ਇਨਕਮ ਦੇ ਵਿੱਚ ਕੀ ਹੋ ਜਾਣਾ, ਸਭ ਤੋਂ ਪਹਿਲਾਂ ਤਾਂ ਜਿਹੜੀ ਆ ਸਾਡੀ ਸਬਸਕ੍ਰਿਪਸ਼ਨ ਆਈ ਆ, ਸਬਸਕ੍ਰਿਪਸ਼ਨ ਸਾਡੀ ਹੁੰਦੀ ਆ ਇਨਕਮ ਬਾਈ ਸਬਸਕ੍ਰਿਪਸ਼ਨ, ਠੀਕ ਹੈ। ਮੈਂ ਜਲਦੀ ਲਿਖ ਦੇਣਾ। ਹੁਣ ਸਬਸਕ੍ਰਿਪਸ਼ਨ ਜਿਹੜੀ ਆ ਉਹ ਕਿੰਨੀ ਸਾਡੀ, ਹੁਣ 200 ਬੰਦਾ ਆ ਤੇ ਹਰੇਕ ਬੰਦਾ 1000 ਦਿੰਦਾ, ਯਾਨੀ ਕਿ ਟੋਟਲ 2 ਲੱਖ ਹੋ ਗਈ ਸਾਡੀ ਜਿਹੜੀ ਸਬਸਕ੍ਰਿਪਸ਼ਨ ਹੈ। ਸੋ ਇੱਥੇ ਆਪਾਂ ਲਿਖ ਦਈਏ 2 ਲੱਖ ਰੁਪਈਆ, ਠੀਕ ਹੈ। 2 ਲੱਖ ਰੁਪਈਆ ਹੋ ਗਿਆ। ਸੋ ਹੁਣ ਦੂਜਾ ਆਪਾਂ ਨੂੰ ਕੀ ਦਿੱਤਾ ਹੋਇਆ, ਟੂ ਇੰਟਰਸਟ ਔਨ ਇਨਵੈਸਟਮੈਂਟ। ਸਾਨੂੰ ਹੁਣ ਇਨਵੈਸਟਮੈਂਟ ਦੇ ਉੱਤੇ ਜਿਹੜਾ ਕਿੰਨਾ ਇੰਟਰਸਟ ਮਿਲਿਆ ਹੋਇਆ, ਇੰਟਰਸਟ ਔਨ ਇਨਵੈਸਟਮੈਂਟ, ਇਹ ਕਿੰਨਾ ਮਿਲਿਆ ਹੋਇਆ ਸਾਨੂੰ, 800 ਰੁਪਈਆ ਸਾਨੂੰ ਆਲਰੇਡੀ ਗਿਵਨ ਹੈ ਭਈ 800 ਰੁਪਈਆ ਮਿਲਿਆ ਹੈ। ਬਟ ਹੁਣ ਦੇਖੋ 8000 ਰੁਪਈਆ ਅਸੀਂ 12% ਇੰਟਰਸਟ ਦੇ ਹਿਸਾਬ ਨਾਲ ਦਿੱਤਾ ਸੀਗਾ। ਹੁਣ 12% ਨੂੰ ਆਪਾਂ 8000 ਦੇ ਉੱਤੇ ਜਦੋਂ ਆਪਾਂ ਮਲਟੀਪਲਾਈ ਕਰਦੇ ਹਾਂ ਨਾ, 8000 ਇੰਟੂ 12/100 ਕਰਕੇ, ਤਾਂ ਸਾਨੂੰ ਕਿੰਨਾ ਆਨਸਰ ਆਉਂਦਾ, 960 ਰੁਪਈਏ ਸਾਨੂੰ ਆਉਂਦਾ ਹੈ। ਬਟ ਇੱਥੇ ਸਾਨੂੰ ਕਿੰਨਾ ਦਿੱਤਾ ਹੈ, 800। ਇਹਦਾ ਮਤਲਬ ਇਹਦੇ ਵਿੱਚ ਕਿੰਨਾ ਹੋਰ ਹੋਣਾ, 160 ਰੁਪਈਏ ਹੋਰ ਐਡ ਹੋਣਾ ਇਹਦੇ ਵਿੱਚ, ਤਾਂ ਸਾਡਾ ਜਿਹੜਾ ਆ 960 ਰੁਪਈਏ ਬਣਨੇ ਆ, ਠੀਕ ਹੈ। ਸੋ ਇਹਦਾ ਮਤਲਬ ਹੁਣ ਕੀ ਆ, ਸੋ ਤੁਸੀਂ ਆਪ ਹੀ ਕਰਕੇ ਦੇਖ ਸਕਦੇ ਆ, ਜਿਹੜਾ 8000 ਮਲਟੀਪਲਾਈ ਬਾਈ 12/100, ਠੀਕ ਹੈ। ਜਦੋਂ ਆਪਾਂ ਇਹਨੂੰ ਮਲਟੀਪਲਾਈ ਕਰਾਂਗੇ ਤਾਂ 1296 960 ਰੁਪਈਏ ਸਾਡਾ ਬਣਦਾ ਹੈ। ਬਟ ਇਹਦੇ ਵਿੱਚੋਂ ਸਾਨੂੰ ਜਿਹੜਾ 800 ਰੁਪਈਏ ਆਲਰੇਡੀ ਇੱਕ ਪਾਸੇ ਗਿਵਨ ਹੈ, ਤਾਂ 160 ਰੁਪਈਏ ਬਣ ਗਏ। ਹੁਣ ਇਹ 160 ਰੁਪਈਏ ਕੀ ਆ, ਇਹ ਸਾਡਾ ਹੈਗਾ ਐਡ ਇੰਟਰਸਟ ਅਕਿਊਰਡ, ਠੀਕ ਹੈ। ਐਡ ਇੰਟਰਸਟ ਅਕਿਊਰਡ, ਇਹ ਹੈਗਾ ਸਾਡਾ 160 ਰੁਪਈਏ। ਸੋ ਸਾਡਾ ਟੋਟਲ ਇੰਟਰਸਟ ਕਿੰਨਾ ਬਣ ਗਿਆ ਜੀ, ਸਾਡਾ ਟੋਟਲ ਇੰਟਰਸਟ ਬਣ ਗਿਆ 960 ਰੁਪਈਏ, ਠੀਕ ਹੈ। ਇੰਨਾ ਹੈ। ਹੁਣ ਨੈਕਸਟ ਸਾਡੇ ਕੋਲ ਕਿਹੜੀ ਕਿਹੜੀ ਚੀਜ਼ ਆਉਣੀ ਆ, ਨੈਕਸਟ ਸਾਡੀ ਆਉਣੀ ਹੈਗੀ ਆ ਜਿਹੜੀ ਗੌਰਮੈਂਟ ਨੇ ਗ੍ਰਾਂਟ ਦਿੱਤੀ ਹੋਈ ਆ। ਗੌਰਮੈਂਟ ਦੀ ਗ੍ਰਾਂਟ ਹੋ ਗਈ ਆ ਬਾਈ, ਇਹ ਗੌਰਮੈਂਟ ਗ੍ਰਾਂਟ ਕਿੰਨੀ ਆ, 17400 ਰੁਪਈਏ, ਠੀਕ ਹੈ। ਗੌਰਮੈਂਟ ਦੀ ਗ੍ਰਾਂਟ ਜਿਹੜੀ ਕਿੰਨੀ ਆ ਸਾਡੇ ਕੋਲ, 17400। ਸੋ ਇਹ ਆ ਗਈ ਸਾਡੇ ਕੋਲ ਗੌਰਮੈਂਟ ਦੀ ਗ੍ਰਾਂਟ। ਤੇ ਜਦੋਂ ਅਸੀਂ ਇਹਨੂੰ ਟੋਟਲ ਨੂੰ ਐਡ ਅਪ ਕਰਾਂਗੇ ਤਾਂ ਸਾਡੇ ਕੋਲ ਬਣ ਜਾਂਦੀ ਆ 2,18,360 ਰੁਪਏ ਸਾਡੇ ਕੋਲ ਜਿਹੜੇ ਆ ਉਹ ਟੋਟਲ ਬਣ ਜਾਂਦੀ ਹੈ, ਠੀਕ ਹੈ। ਹੁਣ ਅਸੀਂ ਇੱਕ ਦੇਖਦੇ ਹਾਂ ਐਕਸਪੈਂਡੀਚਰ ਵਾਲੇ ਕਾਲਮ ਵੱਲ ਆ ਜਾਂਦੇ ਆ। ਸਾਡੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਐਕਸਪੈਂਡੀਚਰ ਹੀ ਆਉਣੀਆਂ। ਸੋ ਹੁਣ ਦੇਖੋ, ਸਭ ਤੋਂ ਪਹਿਲਾਂ ਤਾਂ ਸਟੇਸ਼ਨਰੀ ਸਾਨੂੰ ਜਿਹੜੀ ਦਿੱਤੀ ਆ, ਉਹ ਸਾਰੇ ਦਾ ਸਾਰਾ ਅਮਾਊਂਟ ਜਿਹੜਾ 23,400 ਸਾਨੂੰ ਜਿਹੜਾ ਅਮਾਊਂਟ ਦਿੱਤਾ ਹੋਇਆ ਸਟੇਸ਼ਨਰੀ ਦਾ। ਬਟ ਆ ਇੱਕੋ ਸਾਲ ਦਾ, ਹੁਣ ਇੱਕੋ ਹੀ ਕਰੰਟ ਈਅਰ ਦਾ ਜਿਹੜਾ 2017-18 ਦਾ, ਅਸੀਂ 31 ਮਾਰਚ 2018 ਦੇ ਲਈ ਇਹ ਬਣਾ ਰਹੇ ਹਾਂ। ਸੋ ਇਹਦੇ ਵਿੱਚ ਸਾਨੂੰ ਦਿੱਤੀ ਸੀਗੀ ਕਿ 3000 ਰੁਪਏ ਸਾਡੇ ਕੋਲ 1/4/2017 ਨੂੰ ਸੀਗਾ। ਬਟ 31/3/2018 ਆਪਣੇ ਕੋਲ ਜਿਹੜਾ ਆ ਉਹ ਉਦੋਂ ਹੈਗਾ 4000 ਰੁਪਈਆ। ਸੋ ਹੁਣ ਦੇਖਦੇ ਹਾਂ ਇਹਨੂੰ ਆਪਾਂ ਕਿੱਦਾਂ ਹੈਂਡਲ ਕਰਾਂਗੇ। ਸੋ ਇਹਦੇ ਵਿੱਚ ਅਸੀਂ ਸਾਨੂੰ ਕਰਨਾ ਪੈਣਾ, ਇਹਦੇ ਵਿੱਚ ਸੀਗਾ ਜੀ ਸਾਡਾ 23,400 ਰੁਪਈਆ ਸਾਨੂੰ ਆਲਰੇਡੀ ਗਿਵਨ ਸੀਗੀ, ਠੀਕ ਹੈ। ਤੇ ਇਹਦੇ ਵਿੱਚ ਸਾਨੂੰ ਕੀ ਕਰਨਾ ਪੈਣਾ, ਪਲੱਸ ਕਰ ਲਓ 3000 ਰੁਪਈਆ ਤੇ ਮਾਈਨਸ 4000 ਰੁਪਈਆ। ਸੋ ਇਹ ਸਾਡਾ ਇਸ ਤਰੀਕੇ ਨਾਲ ਅਸੀਂ ਬਣਾਉਣੀ ਹੈ, ਠੀਕ ਹੈ। ਇਹਦੀ ਸਟੇਟਮੈਂਟ ਤੇ ਸਾਨੂੰ ਕਿੰਨਾ ਬਣੂਗਾ, 22,400। ਇਹ ਸਾਡੇ ਕੋਲ ਕੀ ਬਣੀ ਆ, ਐਕਸਪੈਂਡੀਚਰ ਸਾਡਾ ਜਿਹੜੀ ਆ ਸਟੇਸ਼ਨਰੀ ਤੋਂ ਜਿਹੜਾ ਸਾਨੂੰ ਮਿਲਿਆ ਉਹ ਚੀਜ਼ ਬਣ ਗਈ ਆ 22,400 ਰੁਪਈਆ, ਠੀਕ ਹੈ। ਤੇ ਸਟੇਸ਼ਨਰੀ ਸਾਡੀ ਕਿੰਨੀ ਕੰਜ਼ਿਊਮਡ ਹੋਈ ਆ, ਸਟੇਸ਼ਨਰੀ ਕੰਜ਼ਿਊਮਡ ਸਾਡੀ ਕਿੰਨੀ ਹੋ ਗਈ ਆ, 22,400, ਠੀਕ ਹੈ। ਇਹ ਸਾਰੀ ਦੀ ਸਾਰੀ ਸਾਡੇ ਕੋਲ ਸਟੇਸ਼ਨਰੀ ਕੰਜ਼ਿਊਮਡ ਆ। ਹੋਰ ਹੁਣ ਦੇਖੋ ਨੈਕਸਟ ਕੀ ਹੋ ਸਾਡੇ ਕੋਲ ਐਕਸਪੈਂਡੀਚਰ ਦੇ ਵਿੱਚ ਕੀ ਆਇਆ, ਹੁਣ ਆਹ ਦੇਖੋ ਕੀ ਆ, ਟੂ ਸੇਲ ਆਫ ਓਲਡ ਫਰਨੀਚਰ ਅਸੀਂ ਪਰਚੇਜ ਕਿੰਨੇ ਤੇ ਕੀਤਾ ਸੀ, 4000 ਦੇ ਉੱਤੇ, ਐਂਡ ਵੇਚਿਆ ਕਿੰਨੇ ਦੇ ਉੱਤੇ ਆ, 1600 ਦੇ ਉੱਤੇ। ਸੋ ਇਹਦਾ ਮਤਲਬ ਕੀ ਆ, 4000 ਦੇ ਵਿੱਚੋਂ 1600 ਘਟਾ ਦਿਓ ਤਾਂ ਕਿੰਨਾ ਸਾਡੇ ਕੋਲ ਬਣ ਜਾਊਗਾ, 2400 ਜਿਹੜਾ ਸਾਡੇ ਕੋਲ ਸਾਰਾ ਬਚਣਾ। ਸੋ 2400 ਸਾਡਾ ਕੀ ਆ, 2400 ਹੈਗਾ ਸਾਡਾ ਲਾਸ ਔਨ ਸੇਲ ਆਫ ਓਲਡ ਫਰਨੀਚਰ, loss on sale of old furniture ਦੀ ਜਿਹੜੀ ਆ ਆਪਣੀ
ਸੇਲ ਕੀਤੀ ਉਹਦੇ ਉੱਤੇ ਸਾਨੂੰ 2400 ਰੁਪਈਆ ਲਾਸ ਹੋਇਆ। ਠੀਕ ਹੈ, ਨੈਕਸਟ ਸਾਡੇ ਕੋਲ ਕੀ ਆ ਨੇ ਹੁਣ ਇਲੈਕਟ੍ਰਿਸਿਟੀ ਦੇ ਐਕਸਪੈਂਸਸ ਜਿਹੜੇ ਇਹ ਵੀ ਸਾਡੀ ਐਕਸਪੈਂਡੀਚਰ ਰਹੀ ਆ। ਤੇ ਹੁਣ ਲੈਕਚਰ ਜਿਹੜਾ ਸਾਡਾ ਆਪਾਂ 30,000 ਰੁਪਈਏ ਦਾ ਲੈਕਚਰ ਲਿਆ, ਇਹ ਵੀ ਸਾਡੀ ਜਿਹੜੀ ਆ ਐਕਸਪੈਂਡੀਚਰ ਹੀ ਆ ਜਾਂਦੇ। ਠੀਕ ਹੈ, ਆ ਇਕਵਿਪਮੈਂਟ ਵਗੈਰਾ ਜਿਹੜੇ ਇਹ ਸਾਡੀਆਂ ਹੋਰ ਚੀਜ਼ਾਂ ਹੁੰਦੀਆਂ। ਸੋ ਹੁਣ ਨੈਕਸਟ ਦੇਖ ਲੈਂਦੇ ਕੀ ਆ 2 ਇਲੈਕਟ੍ਰਿਸਿਟੀ ਦੇ ਜਿਹੜੇ ਸਾਡੇ ਐਕਸਪੈਂਸਸ ਆ ਇਹ ਕਿੰਨੇ ਆਉਂਦੇ ਆ 10,000 ਤੇ 600 ਰੁਪਈਆ, ਇਹ ਸਾਡੇ ਇਲੈਕਟ੍ਰਿਸਿਟੀ ਦੇ ਆ। ਸੋ ਨੈਕਸਟ ਹੈਗੇ ਸਾਡੇ ਕੋਲ ਲੈਕਚਰ ਦੇ ਇਹ ਵਾਲੇ ਐਕਸਪੈਂਸਸ ਔਨ ਲੈਕਚਰ। ਠੀਕ ਹੈ ਜੀ, ਐਕਸਪੈਂਸਸ ਔਨ ਲੈਕਚਰ ਸਾਡਾ ਕਿੰਨਾ ਹੈ 30,000। ਸੋ ਇਹ ਸਾਰੀਆਂ ਚੀਜ਼ਾਂ ਆ ਜਾਂਦੀਆਂ। ਇਹ ਦੇਖੋ ਹੁਣ ਸਾਰੀਆਂ ਨੂੰ ਆਪਾਂ ਐਡ ਅਪ ਕਰ ਲੈਣਾ। ਹੁਣ ਦੇਖੋ ਇੱਥੇ ਸਾਨੂੰ ਐਡ ਅਪ ਕਰਕੇ ਕਿੰਨਾ ਬਣ ਗਿਆ, ਆ ਸਾਰੀਆਂ ਦੀਆਂ ਸਾਰੀਆਂ ਚੀਜ਼ਾਂ ਜਦੋਂ ਅਸੀਂ ਐਡ ਅਪ ਕਰਾਂਗੇ ਨਾ ਤਾਂ ਸਾਡੇ ਕੋਲ ਕਿੰਨੀ ਬਣ ਜਾਊਗੀ ਅਮਾਊਂਟ 65,400 ਸਾਡਾ ਅਮਾਊਂਟ ਬਣ ਜਾਂਦਾ ਟੋਟਲ। ਠੀਕ ਹੈ, ਇਹਨਾਂ ਸਾਰੀਆਂ ਨੂੰ ਐਡ ਅਪ ਕਰਕੇ। ਤੋ ਇਹ ਜਿਹੜਾ ਤੁਸੀਂ ਆਹ ਥੱਲੇ ਵਾਲਾ ਰਫ ਵਰਕ ਹੈ ਇਹ ਤੁਸੀਂ ਵਿੱਚ ਨਹੀਂ ਕਰਨਾ ਹੈਗਾ ਇਹਦੇ। ਸੋ ਜਦੋਂ ਹੁਣ ਅਸੀਂ ਕੀ ਕਰਨਾ, ਆਹ ਜਿਹੜਾ ਸਾਡੇ ਕੋਲ ਪਹਿਲਾਂ ਫੰਡ ਬਣਿਆ ਸੀਗਾ 2,18,360 ਇਹਨੂੰ ਇਹਦੇ ਵਿੱਚੋਂ ਮਾਈਨਸ ਕਰ ਦੇਣਾ। ਜਦੋਂ ਹੁਣ ਆਪਾਂ ਇਹਨੂੰ ਇਹਦੇ ਵਿੱਚੋਂ ਮਾਈਨਸ ਕਰਾਂਗੇ ਤਾਂ ਸਾਡੇ ਕੋਲ ਕਿੰਨਾ ਅਮਾਊਂਟ ਬਣ ਜਾਊਗਾ ਇਹ ਹੋ ਗਿਆ ਜੀ ਸਾਡਾ 1,52,960 1,52,960। ਹੁਣ ਇਹ ਸਾਰੇ ਦਾ ਸਾਰਾ ਕੀ ਬਣ ਗਿਆ ਸਾਡਾ, ਇਹ ਸਰਪਲਸ ਬਣ ਗਿਆ ਟੂ ਸਰਪਲਸ। ਹੁਣ ਦੇਖੋ ਸਰਪਲਸ ਅਮਾਊਂਟ ਸਾਡਾ ਕਿੰਨਾ ਸੀ 1,52,960। ਹੁਣ ਦੇਖੋ ਜਦੋਂ ਅਸੀਂ ਇਹਨਾਂ ਸਾਰਿਆਂ ਨੂੰ ਐਡ ਅਪ ਕਰਾਂਗੇ ਤਾਂ ਆਲਰੇਡੀ ਸਾਡੀ ਕਿੰਨੀ ਵੈਲਿਊ ਬਣ ਜਾਊਗੀ, ਸਾਡੀ ਵੈਲਿਊ ਬਣ ਜਾਊਗੀ ਜਿਹੜੀ ਸਾਡੀ ਇੱਧਰਲੇ ਪਾਸੇ ਸੀਗੀ 2,18,360। ਠੀਕ ਹੈ, ਇਹ ਸਾਰੇ ਦਾ ਸਾਰਾ ਸਾਡਾ ਬਣ ਜਾਊਗਾ ਟੋਟਲ ਅਮਾਊਂਟ, ਇਹ ਦੋ ਹੀ ਬਰਾਬਰ ਹੋ ਜਾਣਗੇ। ਸੋ ਹੁਣ ਦੇਖੋ ਇਹ ਸਾਰੀ ਦੀ ਸਾਰੀ ਜਿਹੜੀ ਇਹ ਕਿੰਨੇ 2018 ਦੇ ਲਈ ਸੀ 31/3/2018। ਠੀਕ ਹੈ, 31/3/2018 ਦੇ ਲਈ ਅਸੀਂ ਇਨਕਮ ਐਂਡ ਐਕਸਪੈਂਡੀਚਰ ਦੀ ਬਣਾਈ ਸੀ। ਹੁਣ ਦੇਖੋ ਹੁਣ ਅਸੀਂ ਕੀ ਕਰਨੀ ਆ, ਹੁਣ ਇਹਦੇ ਵਿੱਚ ਦੇਖੋ ਬੈਲੈਂਸ ਸ਼ੀਟ ਵੀ ਆਪਾਂ ਕਰਨੀ, ਜਾਣੀ ਕਿ ਲਾਇਬਿਲਿਟੀ ਤੇ ਐਸੈਟ ਵੀ ਬਣਾਉਣਾ ਸੀ ਇਹਦੇ ਵਿੱਚ। ਹੁਣ ਲਾਇਬਿਲਿਟੀ ਐਂਡ ਐਸੈਟ ਨੂੰ ਬਣਾਉਣ ਦੇ ਲਈ ਸਾਨੂੰ ਕੀ ਕਰਨਾ ਪੈਣਾ, ਸਭ ਤੋਂ ਪਹਿਲਾਂ ਤਾਂ ਦੇਖੋ ਸਾਨੂੰ ਕਿਉਂਕਿ ਸਾਰੀਆਂ ਐਂਟਰੀਆਂ ਜਿਹੜੀਆਂ ਪ੍ਰੀਵੀਅਸ ਈਅਰ ਦੀਆਂ ਐਂਟਰੀਜ਼ ਵੀ ਆ, ਇਸ ਕਰਕੇ ਸਾਨੂੰ ਪਹਿਲਾਂ ਤਾਂ 2017 ਦਾ ਜਿਹੜਾ ਲਾਇਬਿਲਿਟੀ ਤੇ ਐਸੈਟ ਬਣਾਉਣਾ ਪੈਣਾ। ਠੀਕ ਹੈ, ਹੁਣ ਦੇਖ ਲੈਂਦੇ ਵੀ 2017 ਦਾ 31/3/2017 ਦਾ ਆਪਾਂ ਲਾਇਬਿਲਿਟੀ ਤੇ ਐਸੈਟ ਜਿਹੜੀ ਆ ਉਹ ਬਣਾ ਕੇ ਦੇਖਦੇ ਤੇ ਇਹਦੇ ਵਿੱਚ ਕੀ ਸਾਡੇ ਕੋਲ ਮਿਲਦਾ ਹੈ। ਹੁਣ ਦੇਖੋ ਕੀ ਸੀ, ਸਭ ਤੋਂ ਪਹਿਲਾਂ ਤਾਂ ਜਿਹੜੀ ਸਾਡੀ ਲਾਇਬਿਲਿਟੀ ਸਾਈਡ ਆ ਇਹਦੇ ਵਿੱਚ ਕੀ ਆ, ਹਾਂਜੀ 25 ਮੈਂਬਰਸ ਪੇਡ ਇਨ ਐਡਵਾਂਸ ਫॉर द ਲਾਸਟ ਈਅਰ ਫॉर द ਕਰੰਟ ਈਅਰ। ਪਿਛਲੇ ਸਾਲ ਦੇ ਕਰੰਟ ਈਅਰ ਲਈ 25 ਮੈਂਬਰਸ ਨੇ ਆਲਰੇਡੀ ਪੇ ਕੀਤੀ ਸੀ ਤੇ ਹਰੇਕ ਬੰਦਾ ਜਿਹੜਾ ਇੱਕ ਬੰਦਾ ਉਹ ਹਰੇਕ ਬੰਦਾ 1,000 ਦਿੰਦਾ, ਯਾਨੀ ਕਿ 25 × 1000 ਕਿੰਨੇ ਬਣ ਗਏ 25,000। ਠੀਕ ਹੈ, ਸੋ ਸਾਡੇ ਕੋਲ ਕੀ ਆ ਗਈ ਇਹਦੇ ਵਿੱਚ ਲਾਇਬਿਲਿਟੀ ਦੇ ਵਿੱਚ ਸਬਸਕ੍ਰਿਪਸ਼ਨ ਰਿਸੀਵਡ ਇਨ ਐਡਵਾਂਸ, ਸਬਸਕ੍ਰਿਪਸ਼ਨ ਰਿਸੀਵਡ ਇਨ ਐਡਵਾਂਸ ਕਿੰਨੀ ਆ ਗਈ ਸਾਡੀ 25,000। ਠੀਕ ਹੈ, 25,000 ਸਾਡੀ ਜਿਹੜੀ ਹੈ ਸਬਸਕ੍ਰਿਪਸ਼ਨ ਇਨ ਐਡਵਾਂਸ ਆ ਗਈ ਹੈ। ਸੋ ਇੱਧਰਲੇ ਪਾਸੇ ਐਸਿਡ ਵਿੱਚ ਸਾਡਾ ਕੀ ਆਉਂਦਾ ਸੀ, ਸੋ 60,000 ਬੰਦੇ ਨੇ, 60,000 ਸਾਡਾ ਏਰੀਅਰ ਦੇ ਵਿੱਚ ਪਿਆ ਸੀਗਾ। ਠੀਕ ਹੈ, ਇਹ 60,000 ਸਾਡਾ ਐਸਿਡ ਆ। ਸੋ ਆਊਟਸਟੈਂਡਿੰਗ ਸਬਸਕ੍ਰਿਪਸ਼ਨ ਕਿੰਨੀ ਆ ਗਈ ਸਾਡੀ, ਆਊਟਸਟੈਂਡਿੰਗ ਸਬਸਕ੍ਰਿਪਸ਼ਨ ਕਿੰਨੀ ਆ ਗਈ ਸਾਡੀ, ਆਲਰੇਡੀ ਸਾਨੂੰ ਗਿਵਨ ਹੈ 60,000। ਠੀਕ ਹੈ, ਸੋ ਹੋਰ ਸਾਨੂੰ ਕੀ ਸੀਗਾ, ਸਟਾਕ ਆਫ ਸਟੇਸ਼ਨਰੀ ਸਾਡਾ ਸੀਗਾ। ਠੀਕ ਹੈ, ਸਟਾਕ ਆਫ ਸਟੇਸ਼ਨਰੀ ਜਿਹੜਾ ਸੀਗਾ ਉਹ ਸਾਨੂੰ 1/4/2017 ਦੇ ਲਈ ਕਿੰਨਾ ਆ 3,000 ਸਾਨੂੰ ਆਲਰੇਡੀ ਗਿਵਨ ਹੈ। ਠੀਕ ਹੈ, ਸਟਾਕ ਆਫ ਸਟੇਸ਼ਨਰੀ ਇਹ ਕਿੰਨਾ ਹੋਗਾ ਸਾਡਾ 3,000। ਠੀਕ ਹੈ,
ਸੋ ਨੈਕਸਟ ਕੀ ਸਾਡੇ ਕੋਲ ਆਉਂਦਾ ਹੈ, ਨੈਕਸਟ ਸਾਡਾ ਆਉਂਦਾ ਜਿਹੜਾ ਕੈਸ਼ ਸਾਡੇ ਕੋਲ ਆਲਰੇਡੀ ਗਿਵ ਪਿਆ ਸੀਗਾ। ਸਾਡਾ ਕੈਸ਼ ਸਾਡੇ ਕੋਲ ਕਿੰਨਾ ਪਹਿਲਾਂ ਪਿਆ ਸੀਗਾ, ਜਿਹੜਾ ਪਹਿਲਾਂ ਪ੍ਰੀਵੀਅਸ ਜੁੜਿਆ ਉਹ ਹੈਗਾ 20,000 ਰੁਪਈਆ। ਠੀਕ ਹੈ ਜੀ, ਸੋ ਕੈਸ਼ ਆ ਗਿਆ 20,000 ਰੁਪੀਜ਼ ਦਾ ਜਿਹੜਾ ਕੈਸ਼ ਸੀਗਾ। ਤੇ ਹੋਰ ਕੀ ਸੀਗਾ, ਫਰਨੀਚਰ ਅਸੀਂ ਖਰੀਦਿਆ ਸੀ 4,000 ਰੁਪਏ ਦਾ। ਫਰਨੀਚਰ ਵੀ ਸਾਡਾ ਕੀ ਹੁੰਦਾ, ਐਸੈਟ ਹੀ ਹੁੰਦਾ, ਜਿਹੜੀਆਂ ਸਾਰੀਆਂ ਚੀਜ਼ਾਂ ਐਸੈਟ 'ਚ ਆ ਜਾਂਦੀਆਂ। ਸੋ ਫਰਨੀਚਰ ਕੀ ਸੀਗਾ 4,000 ਦਾ। ਇਹ ਸਾਰੇ ਦਾ ਸਾਰਾ ਸਾਡਾ ਐਸੈਟ ਕਾਲਮ ਬਣ ਗਿਆ 2017 ਦੇ ਲਈ। ਠੀਕ ਹੈ, ਸੋ ਫਰਨੀਚਰ ਜਿਹੜਾ ਹੈ ਇਹ ਸਾਰੀਆਂ ਚੀਜ਼ਾਂ ਸਾਡੇ ਐਸੈਟ ਦੇ ਵਿੱਚ ਹੀ ਆਉਣੀਆਂ ਹੈ। ਠੀਕ ਹੈ, ਸੋ ਇਹ ਜਦੋਂ ਅਸੀਂ ਸਾਰਿਆਂ ਨੂੰ ਆਪਾਂ ਐਡ ਅਪ ਕਰਾਂਗੇ 87,000 ਸਾਡੇ ਕੋਲ ਬਣ ਗਿਆ 87,000। ਠੀਕ ਹੈ, ਸੋ ਨੈਕਸਟ ਇੱਧਰਲੇ ਪਾਸੇ ਕੀ, ਹੁਣ ਲਾਇਬਿਲਿਟੀ ਸਾਈਡ ਦੇ ਵਿੱਚ ਸਾਡੇ ਕੋਲ ਹੋਰ ਕੁਝ ਹੈ ਹੀ ਨਹੀਂ, ਸਿਰਫ ਇੱਕ ਐਡਵਾਂਸ ਦੇ ਵਿੱਚ ਸਾਡੀ ਜਿਹੜੀ ਆ ਇਹ ਕੀਤੀ ਸੀਗੀ ਆਪਾਂ, ਐਡਵਾਂਸ ਜਿਹੜੀ ਸਬਸਕ੍ਰਿਪਸ਼ਨ ਰਿਸੀਵਡ ਇਨ ਐਡਵਾਂਸ ਸੀਗੀ। ਠੀਕ ਹੈ, ਲਾਇਬਿਲਿਟੀ ਦੇ ਵਿੱਚ। ਹੁਣ ਦੇਖ ਲੈਂਦੇ ਹੋਰ ਰਫ ਵਰਕ ਦੇ ਵਿੱਚ ਦੇਖ ਲੈਂਦੇ ਥੋੜਾ ਜਿਹਾ। ਹੁਣ ਦੇਖੋ ਆਹ ਜਿਹੜਾ ਸਾਡੇ ਕੋਲ ਅਮਾਊਂਟ ਬਣਿਆ 87,000 ਨੂੰ, ਠੀਕ ਹੈ, ਮਾਈਨਸ ਕਰ ਦਿਓ 25,000 ਦੇ ਨਾਲ। ਸੋ ਸਾਡੇ ਕੋਲ ਕਿੰਨਾ ਬਚਿਆ 62,000। ਠੀਕ ਹੈ, 62,000 ਸਾਡੇ ਕੋਲ ਕੀ ਬਚ ਗਿਆ, ਇਹ ਸਾਡਾ ਹੈਗਾ ਕੈਪੀਟਲ ਫੰਡ। ਕੈਪੀਟਲ ਫੰਡ 62,000 ਆ ਬਚਿਆ ਜੀ ਸਾਡਾ ਕੈਪੀਟਲ ਫੰਡ। ਇਹ ਹੋ ਗਿਆ ਸਾਰਾ। ਠੀਕ ਹੈ, ਇੱਥੇ ਜਿਹੜਾ ਆਪਾਂ ਕੀਤਾ ਉਹ ਸਾਰਾ ਕੈਪੀਟਲ ਫੰਡ ਬਣ ਗਿਆ। ਸੋ ਹੁਣ ਜਿਹੜੀ ਚੀਜ਼ ਆ ਉਹ ਸਾਡੀ ਬਰਾਬਰ ਹੋ ਗਈ ਆ 87,000। ਠੀਕ ਹੈ, ਸਾਨੂੰ ਕੈਪੀਟਲ ਫੰਡ ਚਾਹੀਦਾ ਸੀ, ਇਸ ਕਰਕੇ ਸਾਨੂੰ ਕੱਢਣਾ ਪਿਆ। ਠੀਕ ਹੈ, ਜਿਹੜੀ ਆ ਲਾਇਬਿਲਿਟੀ ਤੇ ਐਸੈਟ 2017 ਦਾ ਸਾਨੂੰ ਕੱਢਣਾ ਪਿਆ। ਸੋ ਹੁਣ ਨੈਕਸਟ ਦੇਖਦੇ ਆ, ਨੈਕਸਟ ਵਿੱਚ ਸਾਡੇ ਕੋਲ ਕੀ ਆਉਂਦਾ ਹੈ। ਸੋ ਨੈਕਸਟ ਹੈਗਾ ਲਾਇਬਿਲਿਟੀ ਐਂਡ ਐਸੈਟ 2018 ਦੇ ਲਈ। ਠੀਕ ਹੈ, ਇਹ ਹੈਗਾ ਆ 31/3/2018 ਦੇ ਲਈ ਲਾਇਬਿਲਿਟੀ ਐਂਡ ਐਸੈਟ ਅਸੀਂ ਬਣਾਉਣਾ ਆ। ਸੋ ਇਹਦੇ ਵਿੱਚ ਸਾਨੂੰ ਕੀ ਦੇਖਣਾ ਪੈਣਾ ਹੈ। ਸੋ ਮੇਰੇ ਦੋਸਤੋ ਇੱਕ ਸਭ ਤੋਂ ਪਹਿਲਾਂ ਇਹ ਕੰਮ ਕਰੋ ਕਿ ਇਹ ਪੇਪਰ ਦਾ ਸਕਰੀਨਸ਼ਾਟ ਲੈ ਲਓ, ਤਾਂ ਕਿ ਤੁਹਾਨੂੰ ਜਿਹੜਾ ਸਾਰੀਆਂ ਟਰਮਸ ਜਿਹੜੀਆਂ ਪਤਾ ਲੱਗੀ ਜਾਣ। ਠੀਕ ਹੈ ਜੀ, ਸੋ ਨੈਕਸਟ ਦੇਖਦੇ ਹਾਂ ਲਾਇਬਿਲਿਟੀ ਐਂਡ ਐਸੈਟ ਜਿਹੜਾ 31/3/2018 ਦਾ ਅਸੀਂ ਬਣਾਉਣਾ। ਸਭ ਤੋਂ ਪਹਿਲਾਂ ਅਸੀਂ ਦੇਖ ਲੈਂਦੇ ਲਾਇਬਿਲਿਟੀ ਸਾਈਡ ਦੇ ਵਿੱਚ ਕੀ ਆ, ਸਬਸਕ੍ਰਿਪਸ਼ਨ ਜਿਹੜੀ ਹੁਣ ਸਾਨੂੰ 2016-17 ਦੀ ਸਬਸਕ੍ਰਿਪਸ਼ਨ ਮਿਲੀ ਹੋਈ ਆ, ਸੌਰੀ 2018-19 ਦੀ ਜਿਹੜੀ ਐਡਵਾਂਸ ਵਿੱਚ ਮਿਲੀ ਹੋਈ ਆ, ਜਿਹੜੀ 18-19 ਦੀ ਉਹ ਹੈਗੀ ਆ 7200 ਰੁਪਈਆ। ਠੀਕ ਹੈ, ਸੋ ਇਹਦੇ ਵਿੱਚ ਦੇਖ ਲੈਂਦੇ ਆ ਸਬਸਕ੍ਰਿਪਸ਼ਨ ਰਿਸੀਵਡ ਇਨ ਐਡਵਾਂਸ, ਰਿਸੀਵਡ ਇਨ ਐਡਵਾਂਸ। ਠੀਕ ਹੈ, ਕਿੰਨੇ ਹੋ ਗਏ ਸਾਡੇ ਕੋਲ 72,000 ਜਿਹੜੀ 7200 ਜਿਹੜੀ ਸਾਨੂੰ ਮਿਲੀ ਹੋਈ ਆ ਸਬਸਕ੍ਰਿਪਸ਼ਨ। ਠੀਕ ਹੈ, ਹੋਰ ਕੀ ਆ 2 ਡੋਨੇਸ਼ਨਸ ਫॉर ਬਿਲਡਿੰਗ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਜਿਹੜੀ ਸਪੈਸ਼ਲ ਡੋਨੇਸ਼ਨ ਹੁੰਦੇ ਉਹ ਸਾਨੂੰ ਲਾਇਬਿਲਿਟੀ ਸਾਈਡ ਦੇ ਉੱਤੇ ਹੀ ਸਾਡੇ ਆਉਂਦੇ ਆ। ਠੀਕ ਹੈ, ਸਪੈਸ਼ਲ ਡੋਨੇਸ਼ਨ ਫॉर ਬਿਲਡਿੰਗ ਕੀ ਆ, ਫॉर ਬਿਲਡਿੰਗ। ਠੀਕ ਹੈ, ਬਿਲਡਿੰਗ ਸਾਡੇ ਕੋਲ ਕਿੰਨਾ ਸੀਗਾ, ਇਹ 40,000 ਜਿਹੜਾ ਸਾਨੂੰ ਇਹ ਚੀਜ਼ ਮਿਲੀ ਹੋਈ ਸੀਗੀ। ਸੋ ਹੋਰ ਸਾਨੂੰ ਕੀ ਚਾਹੀਦਾ ਹੈ ਕਿ ਜਿਹੜਾ ਹੁਣ ਪ੍ਰੀਵੀਅਸ ਈਅਰ ਦਾ ਕੈਪੀਟਲ ਫੰਡ ਸੀਗਾ ਸਾਡਾ, ਕੈਪੀਟਲ ਫੰਡ ਕਿੰਨਾ ਸੀ, ਕੈਪੀਟਲ ਫੰਡ ਅਸੀਂ ਕਿੰਨਾ ਕੱਢਿਆ ਸੀਗਾ, ਹੁਣ ਤੁਸੀਂ ਸਕਰੀਨਸ਼ਾਟ ਤੋਂ ਦੇਖ ਸਕਦੇ ਆ। ਇਹ ਸੀਗਾ ਆਪਣੇ ਕੋਲ 62,000, ਇਹ ਸਾਡਾ ਕੈਪੀਟਲ ਫੰਡ ਸੀਗਾ। ਹੁਣ ਨੈਕਸਟ ਹੋਰ ਸਾਨੂੰ ਕੀ ਚਾਹੀਦਾ ਹੈ ਕਿ ਜਿਹੜੇ ਸਰਪਲਸ ਅਸੀਂ ਚਾਰਜਸ ਕੱਢੇ ਸੀ। ਸੋ ਸਰਪਲਸ ਦੇਖ, ਹੁਣ ਸਭ ਤੋਂ ਪਹਿਲਾਂ ਦੇਖ ਲਓ ਜਿਹੜੇ ਸਰਪਲਸ ਅਸੀਂ ਕੀਤਾ ਸੀ 1,52,960, ਇਹ ਸਾਡਾ ਸਰਪਲਸ ਹੈ। ਇਹ ਵੀ ਸਾਡੀ ਲਾਇਬਿਲਿਟੀ ਸਾਈਡ ਦੇ ਉੱਤੇ ਹੀ ਆਉਣਾ, ਤੇ ਸਾਡਾ ਕੈਪੀਟਲ ਫੰਡ ਵੀ ਸਾਡੀ ਲਾਇਬਿਲਿਟੀ ਸਾਈਡ ਦੇ ਉੱਤੇ ਹੀ ਆਉਣਾ। ਇਹ ਦੋ ਜਿਹੜੀਆਂ ਟਰਮ ਸੀਗੀਆਂ, ਇੱਕ ਇਹ ਤੇ ਇੱਕ ਇਹ ਵਾਲੀ। ਠੀਕ ਹੈ, ਸੋ ਕੈਪੀਟਲ ਫੰਡ ਕੀ ਹੋਗਾ 62,000 ਐਂਡ ਐਡ ਸਰਪਲਸ। ਸਰਪਲਸ ਸਾਡਾ ਕਿੰਨਾ ਸੀ 1,52,000 ਐਂਡ 960। ਸੋ ਹੁਣ ਇਹ ਜਿਹੜੀਆਂ ਸਾਰੀਆਂ ਚੀਜ਼ਾਂ, ਇਹ ਦੋ ਹੀ ਚੀਜ਼ਾਂ ਅਸੀਂ ਪਲੱਸ ਕਰ ਲਵਾਂਗੇ ਤਾਂ ਸਾਡੇ ਕੋਲ ਕਿੰਨਾ ਬਣ ਗਿਆ 2,14,160 ਸਾਡੇ ਕੋਲ ਇੰਨਾ ਅਮਾਊਂਟ ਬਣ ਗਿਆ। ਸੋ ਠੀਕ ਹੈ, ਹੁਣ ਸਾਰੇ ਨੂੰ ਟੋਟਲ ਨੂੰ ਆਪਾਂ ਐਡ ਅਪ ਕਰ ਦੇਵਾਂਗੇ। ਜਦੋਂ ਟੋਟਲ ਨੂੰ ਐਡ ਅਪ ਕਰਾਂਗੇ ਤਾਂ ਸਾਡੇ ਕੋਲ ਕਿੰਨਾ ਅਮਾਊਂਟ ਬਣੂਗਾ, ਟੋਟਲ ਨੂੰ ਐਡ ਅਪ ਕਰਨ ਦੇ ਉੱਤੇ 061
262 ठीक है। सो इन्ना बन गया साढ़े कोल 061,262 2,62,160 रुपये साढ़े कोल इन्ना साडा बन गया हैगा जो लाइबिलिटी साइड के उत्ते साडी सारा ही जो भी सीगा। हुण नैक्सट देखते हैं इधर भी साडे की किहड़ी चीज़ चाहिए। सब तो पहला तो सानू आउटस्टैंडिंग सबसक्रिप्शन ही चाहिए आ। आउटस्टैंडिंग सबसक्रिप्शन असीं बाद च लिखते हैं क्योंकि हुण फिलहाल साडे कोल है नहीं ये वाली चीज़। सो नैक्सट देखते हैं होर सानू साडे कोल की गिवन सीगा। स्टॉक सीगा साडा जिहड़ा स्टॉक अखीरला सीगा ठीक है। स्टॉक ऑफ स्टेशनरी किन्ना सीगा साडे कोल 4,000 साडा स्टॉक ऑफ स्टेशनरी सीगा। ते होर सानू बैलेंस जिहड़ा अखीर दे उत्ते बचिया सी 50,000 रुपये कैश 50,000 ठीक है। ये साडा बचिया सी कैश। ते होर असीं की कीती सीगी इन्वेस्टमेंट कीती हुई सी 8,000 दी। ये भी साडे कोल की है इन्वेस्टमेंट कीती सी 8,000 दी ठीक है। तो होर असीं मेरे दोस्तों की लेना ये असीं एक चीज़ लेनी है जो असीं अमाउंट पहला कढ़िया नहीं सी। एड इंटरस्ट एक्योर्ड 160 रुपये ये असीं एसेट साइड के उत्ते अपना लेना ठीक है। सो ये असीं पहला ही कैलकुलेट ऑलरेडी कर चुके हैं। एड इंटरस्ट एक्योर्ड ऑन इन्वेस्टमेंट ठीक है। कितना सी 160 160 रुपये। सो होर साडे कोल की आउंदे स्पोर्ट्स इक्विपमेंट जिहड़े ये भी साडी की आउंदी एसेट ही आउंदे आ। स्पोर्ट्स इक्विपमेंट ये किन्ने हैगे आ 59,000 दे साडे स्पोर्ट्स इक्विपमेंट आ जांदे आ ठीक है। होर साडे कोल किहड़ी चीज़ है साडियां बुक्कां जिहड़ियां बुक्स ये हुण किन्ना बन गया साडे कोल बुक्स सीगियां साडे कोल 40,000 ये सारे का सारा अमाउंट साडा 40,000 बन गया ठीक है। हुण सानू एक आउटस्टैंडिंग सबसक्रिप्शन नहीं पता हैगी। हुण बाकी सारियां चीज़ां असीं पता कर लईआं। सो हुण मैं की रिकमेंड करदा तुहानूं सारियां नूं ऐड अप कर दो। जदों तुसीं सारा कुछ ऐड अप कर दोगे ना तो साडे कोल किन्ना अमाउंट बचूगा। तो साढ़े कोल सारे का सारा अमाउंट जो बच गया 061,161 ठीक है। ये सारा साडा अमाउंट इन्हां सारियां चीज़ों सब एड अप करके बनया। हुण असीं की करना जो साडे कोल पहला लाइबिलिटी साइड के उत्ते अमाउंट बनया सी उहदे विच्चों इहनूं माइनस कर दो साडी आउटस्टैंडिंग सबसक्रिप्शन आ जानी क्योंकि अखीर के उत्ते जोड़ तो इन्ना ही बनना ठीक है सारिਆਂ ਦਾ। तो की हो गया 061,262 सो आही मैं चीज़ इत्थे लिखी है। जो असीं इहनूं माइनस करांगे सो साडे कोल कितना अमाउंट हुण बच गया। ये साडे कोल आउटस्टैंडिंग सबसक्रिप्शन आ गई है 0,0,0,1,01 1,00,000 ते 1,000 साडे कोल की है आउटस्टैंडिंग सबसक्रिप्शन आ गई है। तो सारे का टोटल जोड़ जो लावांगे तो ओबीअसली साडा कितना बनूगा 2,62,160। सो दोनों साइड जिहड़ियां साडियां बैलेंस हो जाणगियां। सो ये सीगी साडी लाइबिलिटी एंड एसेट 2018 दी। सो पहला असीं की कीता सीगा अगर तुसीं स्क्रीनशॉट लेना चाहुंदे तो तुसीं स्क्रीनशॉट ले सकते हैं। सो ये सारियां चीज़ां साडे असीं पाउने अपने चैनल के उत्ते सारियां ये क्वेश्चन जिहड़े आ 8 नंबर वाले 6 नंबर वाले जां होर भी जिहड़े छोटे क्वेश्चन आ वो पाउने रहने आ अकाउंट दे +2 दे एंड फिजिक्स दे भी। ते तुसीं साडा चैनल विजडम एजुकेशन पॉइंट RDC इहनूं सबसक्राइब करो ते अपने दोस्त जिहड़े तुहाडे नाल पढ़दे उहनां नूं भी दस्सो ये सारियां 10 ईयर दी सीरीज़ बारे। थैंक यू।